सत श्री अकाल दोस्तों, मैं लखबीर सिंह दौदपुर। दोस्तों, पुआधी प्रोग्राम एक मुलाकात में थारा सबका स्वागत है। आओ हम बात करा अमरीक बिरक जी गैल। अच्छा अमरीक जी, एक बात हम थारे पास होर पूछना चाहेंगे। हाँ भी जिस तरह एक रस्म है पुआध के बिच, या उसनू हम कह दिया जहाँ भी लोक विश्वास है जी, या मतलब लोक भरम है। हाँ जी। तो वो है भी जिस तरह राख बिछा का ना, थाली के बिच राख बरीक करके बिछा का, या उसनू या रेता कह सका है ना, या उसनू धरती के ऊपर इस तरह बिछा का, तो उसके ऊपर कुछ जिस तरह कोई चीज़ गल ढक दे उसनू, तो वह भी एक संस्कार है। भी वो क्यों कराया जहाँ यो क्यों है पुआध के बिच, या यो पुआध के बिच ही आया, बाकी जो पंजाब है उसके बिच भी है बिना पुआध के खिते थे, माझे मालवे या दोआबे खिते में भी इस तरह ही है कोई रस्म? बिल्कुल जी, देखो जी ज़्यादातर तो मैनू जिथे तक मैं पढ़िया कि मैनू पुआध ही रस्म लगी है, क्योंकि ਉਹਦੇ ਵਿੱਚ ਇਹ ਕਰਿਆ ਜਾਂਦਾ ਹੈ कि जिस जगह मृतक ਨੂੰ ਮੰਜੇ ਤੋਂ ਹੇਠਾਂ ਪਾਇਆ ਜਾਂਦਾ ਹੈ ਜਦੋਂ ਮਰਨ ਤੋਂ ਬਾਅਦ, ਤਾਂ ਉਸ ਜਗ੍ਹਾ ਦੇ ਉੱਪਰ ਛਾਨਣੀ ਦੇ ਨਾਲ ਜਿਹੜੀ ਸਵਾਹ ਹੈ ਜਾਂ ਰਾਖ ਆਪਾਂ ਕਹਿ ਦਿੰਦੇ ਆ, ਉਹਨੂੰ ਛਾਣ ਕੇ ਉਸ ਦੇ ਉੱਪਰ ਤਸਲਾ ਜਿਹੜਾ ਦਾਬੜਾ ਜਾਂ ਤਸਲਾ ਜੋ ਬੋਲਦੇ ਆ ਆਪਾਂ ਆਪਣੀ ਭਾਸ਼ਾ ਦੇ ਵਿੱਚ, ਤਸਲਾ ਪੰਜਾਬੀ ਭਾਸ਼ਾ ਦੇ ਵਿੱਚ, ਉਹ ਮੁੱਦਾ ਮਾਰ ਦਿੱਤਾ ਜਾਂਦਾ ਉਲਟਾ। ਤਾਂ ਸਵੇਰ ਸਮੇਂ ਮਤਲਬ ਇਹ ਮੰਨਿਆ ਜਾਂਦਾ ਹੈ ਕਿ ਜੇ ਮ੍ਰਿਤਕ ਜਿਹੜੀ ਵੀ ਜੂਨ ਦੇ ਵਿੱਚ ਪਿਆ ਹੈ, ਤਾਂ ਸਵੇਰੇ ਉਸ ਜੂਨ ਦੇ ਕਿਸੇ ਨਾ ਕਿਸੇ ਤਰ੍ਹਾਂ ਦਾ ਨਿਸ਼ਾਨ ਜਾਂ ਉਹਦੇ ਚਿੰਨ੍ਹ ਪਏ ਹੋਣਗੇ, ਤਾਂ ਉੱਥੋਂ ਅੰਦਾਜ਼ਾ ਲਗਾ ਦਿੱਤਾ ਜਾਂਦਾ ਹੈ ਕਿ ਉਹ ਬੰਦਾ ਇਸ ਜੂਨ ਦੇ ਵਿੱਚ ਪੈ ਗਿਆ। ਇਹ ਮਤਲਬ ਕਿ ਇੱਕ ਵਹਿਮ ਭਰਮ ਹੀ ਆਪਾਂ ਇਸ ਨੂੰ ਲਗਾ ਲਈਏ, ਤਾਂ ਇਹ ਇੱਕ ਤਰ੍ਹਾਂ ਦਾ ਵਹਿਮ ਭਰਮ है। बिल्कुल उसनू मतलब वहम भरम है, या मतलब एक विश्वास कहा जहाँ भी लोगों का ऐसा विश्वास है। जी जी। तो इन जड़े मौत के ये जड़े संस्कार हैं, जन्म के, मरने के या मौत के, तो इन्हां ते हम दोबारा फिर एक बारी पंजाब जड़ा पुआधी सभ्याचार आ उसकनी आवां। ਜਿਹੜੇ पुआध के विच ਜਿਹੜੇ जिस तरह ਆਪਾਂ कहते हैं मेले लगा, या पुआध के ਜਿਹੜੇ ਤਿਉਹਾਰ ਆ जी, ਉਹ ਕਿਹੜੇ पुआध के त्यौहार आ जिन्हों के ऊपर थाने मतलब खोज करी है, या पुआध के बीच किहड़े मेले लगा, कहाँ लगा, और उनका क्या महत्व आ, या क्या उनकी खासियत आ, उनके ऊपर भी चढ़ना पाओ। देखो जी, पुआध ਦੇ ਵਿੱਚ ਸਭ ਤੋਂ ਪਹਿਲਾਂ ਵਿਲੱਖਣ ਦੀ ਇੱਕ ਚੀਜ਼ ਆਪਾਂ ਨੂੰ ਮਿਲਦੀ ਹੈ, ਗੜਬੜਿਆਂ ਦਾ ਤਿਉਹਾਰ। ਗੜਬੜੇ ਜੀ, ਹਾਂ ਇਹ ਪੰਜਾਬ ਬਾਕੀ ਕਹੀਂ ਪੰਜਾਬ ਦੇ ਵਿੱਚ ਇਹ ਜਿਹੜਾ ਤਿਉਹਾਰ ਹੈ ਮੈਨੂੰ गड़बड़ियां के शायद मेले भी कई जगह लगा, गड़बड़ियां ਦੇ ਮੇਲੇ ਵੀ ਲੱਗਦੇ ਆ। तो ਇਹ ਗੜਬੜੇ ਤਿਉਹਾਰ ਦੇਖਿਆ ਜਾਵੇ ਤਾਂ ਸੁਣਨ ਚ ਆਉਂਦਾ ਕਿ ਸ਼੍ਰੀ ਰਾਮਚੰਦਰ ਜੀ ਨੇ ਜਦੋਂ ਸੁਗਰੀਵ ਦੇ ਭਰਾ ਬਾਲੀ ਨੂੰ ਮਾਰਿਆ ਸੀ, ਤਾਂ ਉਸ ਸਮੇਂ ਜਿਹੜਾ ਹੈ ਉਹ ਗੜਬੜਾ ਜਿਹੜਾ ਜਗਾ ਕੇ ਉਹ ਖੁਸ਼ੀ ਮਨਾਈ ਗਈ। ਤਾਂ ਉਹ ਇੱਕ ਛਾਨਣੀ ਦੇ ਆਕਾਰ ਦਾ ਮਤਲਬ ਉਹਦੇ ਵਿੱਚ ਦੀਵਾ ਰੱਖਿਆ ਜਾਂਦਾ ਹੈ, ਤੇ ਚਾਰ ਗੁੱਠਾਂ ਮਤਲਬ ਉਹਦੇ ਚਾਰੇ ਪਾਸੇ ਚਾਨਣ की तरह हुआ उसमें चारे पासा सराख ਵੀ ਹੁੰਦੇ ਨੇ, ਤੇ ਉਹ ਚਾਨਣ ਜਿਹਾ ਕਰਦਾ, ਮਤਲਬ ਇੱਕ ਉਸ ਤਿਉਹਾਰ ਨੂੰ ਉਸ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਗੜਬੜੇ ਜਦੋਂ ਕਰਾਂ, ਗੜਬੜੇ ਮਨਾਵਾਂ, ਛੋਟੇ ਬੱਚੇ ਆ ਹੋਰ ਉਹ ਤੇਲ ਮੰਗਦੇ ਫਿਰਾਂ ਹਨਾ। ਹਾਂਜੀ, ਉਹ ਘਰਾਂ ਦੇ ਵਿੱਚ ਤੇਲ ਮੰਗਦੇ, ਤੇਲ ਮੰਗਾ ਹੋਰ ਦੀਵਿਆਂ ਹਨਾ, ਕੋਈ ਫਲ ਫਰੂਟ ਦਿੰਦਾ, ਕੋਈ ਤੇਲ ਪੈਸੇ ਵੀ ਪਾਦੇ ਆ, ਗਾਵਾਂ ਵੀ ਹੈ। ਬਹੁਤ ਵਧੀਆ ਇੱਕ ਤਰ੍ਹਾਂ ਦਾ ਵਿਲੱਖਣ ਤਿਉਹਾਰ ਹੈ ਜਿਹੜਾ ਹੋਰ ਪੰਜਾਬ ਚ ਗਾਉਂਦੇ ਵੀ ਫਿਰਾਂ ਨਾ, ਗੜਬੜੇ ਮੰਗਦੇ ਵੀ ਗਾਉਂਦੇ ਫਿਰਦੇ ਨੇ। ਬਹੁਤ ਵਧੀਆ ਮਤਲਬ ਉਹ ਮਾਹੌਲ ਇੱਕ ਤਰ੍ਹਾਂ ਦਾ ਸਿਰਜਿਆ ਜਾਂਦਾ। ਹਾਂ, ਜਿਸ ਤਰ੍ਹਾਂ ਉਹ ਗਾਵਾਂ ਵੀ ਨੱਚੋ ਮੇਰੇ ਗੜਬੜੇ ਉਹ ਚੰਦ ਗੁਲਾਂ ਕੀ ਰਾਤ, ਜਾਂ ऐसा कुछ गावा है जी। बिल्कुल बिल्कुल। गड़बड़ा फिरा गली गली तेल की पा दो पड़ी पड़ी, ऐसा कुछ है। बिल्कुल जी बिल्कुल। तो सांझी का भी त्यौहार, सांझी के त्यौहार पर बात कर रहे थे। सांझी ਦਾ ਤਿਉਹਾਰ ਵੀ ਦੁਸਹਿਰੇ ਤੋਂ ਮਤਲਬ ਪਹਿਲਾਂ ਮਨਾਇਆ ਜਾਂਦਾ ਹੈ। ਸੋ ਨਰਾਤਿਆਂ ਦੇ ਵਿੱਚ 9 ਨਰਾਤੇ ਹੁੰਦੇ ਨੇ, ਤੇ ਪਹਿਲੇ ਨਰਾਤੇ ਵਾਲੇ ਦਿਨ ਜਿਹੜੀ ਆ ਸਾਂਝੀ ਦੀ ਆਪਣਾ ਘਰਾਂ ਦੇ ਵਿੱਚ ਦੀਵਾਰ ਦੇ ਉੱਪਰ ਉਹ ਚਿੱਤਰ ਬਣਾ ਕੇ, ਮਤਲਬ ਇੱਕ ਤਸਵੀਰ ਬਣਾ ਕੇ ਗਾਰੇ ਦੇ ਨਾਲ, ਉਸ ਦੇ ਉੱਪਰ ਗਾਰੇ ਕੀ ਵੀ ਸਾਂਝੀਆਂ ਬਣਾਈ, ਗਾਰੇ ਦੀ ਸਾਂਝੀਆਂ ਬਣਾਈਆਂ ਜਾਂਦੀਆਂ, ਤੇ ਉਹ ਕਲਾਕਾਰੀ ਕੀਤੀ ਜਾਂਦੀ ਹੈ ਘਰ ਦੀਆਂ ਔਰਤਾਂ ਦੁਆਰਾ, ਔਰ ਜੌਂ ਬੀਜੇ ਜਾਂਦੇ ਨੇ। ਔਰ ਬਹੁਤ ਵਧੀਆ ਤਿਉਹਾਰ ਹੈ ਇਹ ਸਾਂਝੀ ਮਾਤਾ ਦਾ। ਇਸ ਦੇ ਬਾਰੇ ਮੈਂ ਪੜ੍ਹਿਆ ਸੀ ਕਿ ਇੱਕ ਗਰੀਬ ਵਿਅਕਤੀ ਸੀਗਾ, ਉਹ ਸਾਂਝੀ ਮਾਈ ਦੀ ਮਤਲਬ ਉਹ ਪੂਜਾ ਕਰਦਾ ਸੀਗਾ, ਜਿਹੜਾ ਲੋਕ ਵਿਸ਼ਵਾਸ ਦੇ ਅਨੁਸਾਰ ਸਾਂਝੀ ਮਾਤਾ ਦੀ ਉਹ ਪੂਜਾ ਕਰਦਾ ਸੀ। ਉਸ ਦੇ ਪੁੱਤਰ ਦਾ ਵਿਆਹ ਨਹੀਂ ਸੀ ਹੁੰਦਾ, ਔਰ ਉਹ ਸਾਂਝੀ ਮਾਤਾ ਦੇ ਮਤਲਬ ਪੁੱਤਰ ਛੜਾ ਤਾ। ਜੀ, ਪੁੱਤਰ ਉਹਦਾ ਮਤਲਬ ਕਹਿ ਦਈਏ ਆਪਾਂ ਛੜਾ, ਆਪਣੀ ਭਾਸ਼ਾ ਦੇ ਵਿੱਚ ਛੜਾ ਸੀ। ਤਾਂ ਉਹ ਸਾਂਝੀ ਮਾਤਾ ਕੋਲ ਮੰਨਤ ਵਾਸਤੇ ਜਾਂਦਾ ਆ, ਤੇ ਜਿਹੜਾ ਉੱਥੋਂ ਦਾ ਪੁਜਾਰੀ ਹੁੰਦਾ ਹੈ, ਕਿਉਂਕਿ ਉਹ ਬੰਦਾ ਗਰੀਬ ਹੁੰਦਾ, ਅੱਛਾ, ਤੇ ਪੁਜਾਰੀ ਉਸ ਨੂੰ ਮੰਦਿਰ ਦੇ ਅੰਦਰ ਦਾਖਲ ਨਹੀਂ ਹੋਣ ਦਿੰਦਾ, ਤੇ ਉਹ ਦਰਵਾਜ਼ਾ ਬੰਦ ਕਰ ਦਿੰਦਾ। ਪਰ ਉਹ ਬੰਦਾ ਹਿੰਡ ਦਾ ਪੱਕਾ ਹੁੰਦਾ ਆ, ਉਹ ਮਾਤਾ ਦੇ ਦਰਸ਼ਨ ਕਰਕੇ ਹੀ ਜਾਣਾ ਚਾਹੁੰਦਾ ਹੈ, ਕਿ ਉਹ ਮੰਦਿਰ ਦੇ ਬਾਹਰ ਬੈਠ ਜਾਂਦਾ। ਤਾਂ ਉਹ ਹਰ ਸਮੇਂ ਇਹ ਅਰਦਾਸ ਕਰਦਾ ਹੈ, ਹੇ ਸਾਂਝੀ ਮਾਤਾ,
ਤੂੰ ਮੈਨੂੰ ਦਰਸ਼ਨ ਦੇ। ਤਾਂ ਮੰਦਿਰ ਦਾ ਪੁਜਾਰੀ ਉਸ ਸਮੇਂ ਹੀ ਦਰਵਾਜ਼ਾ ਖੋਲ੍ਹਦਾ ਜਦੋਂ ਕੋਈ ਬਾਹਰ ਦਾ ਕੋਈ ਬੰਦਾ ਮੱਥਾ ਟੇਕਣ ਪੂਜਾ ਕਰਨ ਆਉਂਦਾ ਸੀ। ਤਾਂ ਉਹ ਹਰ ਸਮੇਂ ਇਹੀ ਮਤਲਬ ਮੰਨਤ ਕਰਦਾ ਸੀ, ਮਾਤਾ ਤੇਰੇ ਕੋਲ ਲੋਕ ਆਉਂਦੇ ਰਹਿਣ, ਤੇਰੇ ਕੋਲ ਭੀੜ ਲੱਗੀ ਰਵੇ ਔਰ ਤੇਰਾ ਦਰਵਾਜ਼ਾ ਖੁੱਲ੍ਹਾ ਰਵੇ ਔਰ ਮੈਨੂੰ ਤੇਰੇ ਦਰਸ਼ਨ ਹੁੰਦੇ ਰਹਿਣ। ਤਾਂ ਇੱਕ ਦਿਨ ਉਹ ਮਾਤਾ ਲੋਕ ਵਿਸ਼ਵਾਸ ਅਨੁਸਾਰ ਉਹ ਮਾਤਾ ਖੁਸ਼ ਹੋ ਕੇ ਉਸ ਬੰਦੇ ਕੋਲ ਆਪ ਚੱਲ ਕੇ ਆਉਂਦੀ ਹੈ। ਤਾਂ ਉਸ ਨੂੰ ਮਤਲਬ ਉਸ ਦਾ ਮਨਪਸੰਦ ਵਰ ਦੇ ਦਿੰਦੀ ਹੈ। ਉਹ ਕਹਿੰਦਾ ਹੈ ਕਿ ਮੇਰੇ ਕੋਲ ਕੋਈ ਮਤਲਬ ਮੇਰੇ ਬੱਚੇ ਨੂੰ ਕੋਈ ਰਿਸ਼ਤਾ ਨਹੀਂ ਹੁੰਦਾ। ਤਾਂ ਉਹ ਮਾਤਾ ਕਹਿੰਦੀ ਹੈ ਕਿ ਮੈਂ ਤੇਰੇ ਕੋਲ 9 ਦਿਨਾਂ ਵਾਸਤੇ, 9 ਨਰਾਤੇ ਨੇ, 9 ਦਿਨਾਂ ਵਾਸਤੇ ਤੇਰੇ ਘਰ ਨੂੰਹ ਬਣ ਕੇ ਰਹਾਂਗੀ ਔਰ 10ਵੇਂ ਦਿਨ ਜਿਸ ਦਿਨ ਦੁਸਹਿਰਾ ਹੁੰਦਾ ਹੈ ਉਸ ਦਿਨ ਤੂੰ ਮੈਨੂੰ ਆਪ ਜਲ ਪ੍ਰਵਾਹ ਕਰਕੇ ਵਿਦਾ ਕਰਕੇ। ਹਾਂਜੀ, ਸੋ ਇਸ ਮਾਨਤਾ ਅਨੁਸਾਰ ਜਦੋਂ ਸਾਂਝੀ ਮਾਤਾ 10ਵੇਂ ਦਿਨ ਜਾਂਦੀ ਹੈ ਤਾਂ ਉਸ ਪਿੰਡ ਦੇ ਜਿਹੜੇ ਲੋਕ ਨੇ ਔਰ ਉਹ ਪਰਿਵਾਰ ਹੈ ਉਹ ਮਾਯੂਸ ਹੋ ਜਾਂਦਾ ਹੈ। ਤਾਂ ਮਾਤਾ ਅੱਗੋਂ ਵਰਦਾਨ ਦਿੰਦੀ ਹੈ ਕਿ ਹਰ ਨਰਾਤਿਆਂ ਨੂੰ, ਦੁਸਹਿਰੇ ਤੋਂ ਪਹਿਲਾਂ 9 ਨਰਾਤੇ ਜਿਹੜੇ ਹੁੰਦੇ ਆ, ਹਰ ਨਰਾਤਿਆਂ ਨੂੰ ਮੈਂ ਸਾਰੇ ਉਸ ਗਰੀਬ ਦੇ ਘਰ, ਹਰ ਗਰੀਬ ਦੇ ਘਰ ਰਵਾਂ ਕਰਾਂਗੀ ਜੋ ਮਾਨਤਾ ਅਨੁਸਾਰ, ਜੋ ਸ਼ਰਧਾ ਅਨੁਸਾਰ ਮੇਰੀ ਤਸਵੀਰ ਲਗਾਏਗਾ ਕੰਧਾਂ ਦੇ ਉੱਤੇ, ਘਰ ਦੇ ਉੱਤੇ, ਤਾਂ ਮੈਂ ਉਹਨਾਂ ਦੇ ਘਰ ਨੂੰ ਬਣ ਕੇ ਰਵਾਂਗੀ ਔਰ 10ਵੇਂ ਦਿਨ ਉਹ ਮੈਨੂੰ ਤੁਸੀਂ ਜਲ ਪ੍ਰਵਾਹ करना। अच्छा, जिस तरह सांझी की बात कर रहे हैं, सांझी में जोड़े सांझी लाई जहाज है, सांझी के बीच कुछ करैक्टर भी हुआ है ना, जिस तरह सांझी होगी उसके गैल एक जिस तरह कहते हैं बमनी देवी होगी और एक उसका पेटू का मूल आया जहाँ है ना। हाँ जी, पेटू का मूल आया जहाँ चोर भी हुआ, सिपाही भी हुआ और भी चिड़ियाँ भी हुआ। हाँ जी, तो इसमें एक चीज़ होर मैं वो करना चाहूँगा, जिस तरह भी जब बच्चे सांझी नूं बनावा ना, गारा लेके आवा, फिर उससे सांझी बनावा, हत्थां गल सांझी बनाई जहाँ। बिल्कुल। तो जब ये सारा काम हुआ, बच्चे बड़े शौक गल, बड़े चौ गल सांझी बनावा, तो इसमें कहीं ना कहीं बच्चों की जिहड़ी सिरजनात्मकता ਉਹ ਵੀ ਵਧਾ। ਬਿਲਕੁਲ ਜੀ, ਬਿਲਕੁਲ, ਹੈ ਨਾ। ਰਚਨਾਤਮਕਤਾ ਉਹਨਾਂ ਦੇ ਵਿੱਚ ਉਹ ਗੁਣ ਹੁੰਦਾ ਹੈ ਕਿ ਕਲਾ ਦੇ ਨਾਲ ਜੁੜਦੇ ਨੇ। ਆਪਾਂ ਗੱਲ ਕਰ ਲਈਏ ਕਿ ਬੱਚਾ ਕਲਾ ਦੇ ਨਾਲ ਜੁੜਦਾ ਹੈ ਤਾਂ ਉਸ ਦੇ ਵਿੱਚ ਕਿਉਰਿਓਸਿਟੀ ਇਹ ਹੁੰਦੀ ਹੈ ਕਿ ਉਹ ਹਰ ਇੱਕ ਤਰ੍ਹਾਂ ਦੀ ਉਹ ਮਤਲਬ ਜੇ ਉਹਦੇ ਵਿੱਚ ਪੇਂਟਿੰਗ ਜਾਂ ਕਲਾਕ੍ਰਿਤੀਆਂ ਬਣਾਉਣ ਦਾ ਜਾਗਰੂਕਤਾ ਹੁੰਦੀ ਹੈ ਤਾਂ ਥੋੜੀ ਜਿਹੀ ਉਹਨੂੰ ਆਪਣੇ ਕਲਾ ਨੂੰ ਨਿਖਾਰਨ ਦਾ ਮੌਕਾ। ਫਿਰ ਉਹ ਚੌਲ ਮਤਲਬ ਭੇਕ ਆ ਉਹਨਾਂ ਨੂੰ ਕੁੱਟਕਾ, ਫਿਰ ਉਹ ਚਿੱਤੀ ਜਹਾਂ ਸਾਂਝੀਆਂ ਚਿੱਤਣਾ ਕਹਾਂ, ਫਿਰ ਉਸਨੂੰ ਫਿਰ ਰੰਗ ਬਰੰਗੇ ਰੰਗ ਲਾਏ ਜਹਾਂ ਚਿੜੀਆਂ ਪਰ, ਹੋਰਾਂ ਪਰ, ਮਤਲਬ ਉਹ ਰੰਗੀਨ ਤਰ੍ਹਾਂ ਦੀ ਇੱਕ ਬਹੁਤ ਸੋਹਣੀ ਬਣਾ ਕੇ ਕੰਧਾਂ ਦੇ ਉੱਤੇ ਬੜੇ ਵਧੀਆ ਚਿੱਤਰ ਉਹ ਬਣਾਏ ਜਾਂਦੇ ਸਾਂਝੀ। ਅੱਛਾ, यहाँ ਹੋਰ ਵੀ ਜਿਸ ਤਰ੍ਹਾਂ ਅਮਰੀਕ जी ਆਪਾਂ बात कर रहे हैं भी मेले ਜਿਹੜੇ पुआदमा है, पुआद के भी खास मेले भी कुछ हैं ਜਿਹੜੇ पुआदमा लगा, अलग अलग देवतियों के मेले यहाँ पर लगा, तो उन्हों के बारे में भी थोड़ा सा जानकारी चाहेंगे, ਕਿਹੜੇ मेले यहाँ लगा और क्या क्या उनकी महत्ता जी। ਪੁਆਧ ਦੇ ਵਿੱਚ ਗੁੱਗੇ ਦੀ ਪੂਜਾ ਬਹੁਤ ਮੰਨੀ ਜਾਂਦੀ, ਮਾਨਤਾ, ਕਿਉਂਕਿ ਗੁੱਗਾ ਦੇਵਤਾ ਜਿਹੜਾ ਹੈ ਉਹ ਆਪਾਂ ਕਹਿ ਲਈਏ ਨਾਗਾਂ ਦਾ ਦੇਵਤਾ ਮੰਨਿਆ ਜਾਂਦਾ ਹੈ। ਤਾਂ ਪੁਆਧ ਦੇ ਵਿੱਚ ਇਹ ਜਿਹੜੀ ਪੂਜਾ ਹੈ ਉਹ ਖਾਸ ਤੌਰ ਤੇ ਇਸ ਸਾਉਣ ਦੇ ਭਾਦਰੋਂ ਦੇ ਮਹੀਨੇ ਦੇ ਵਿੱਚ ਇਹ ਮੇਲਾ ਗੁੱਗੇ ਦਾ ਗੁੱਗਾ ਨੌਵੀਂ ਆਉਂਦੀ ਹੈ, ਚੱਲ ਰਿਹਾ ਇਸ ਟਾਈਮ ਜੀ, ਹੁਣ ਵੀ ਚੱਲ ਰਿਹਾ ਹੈ। ਉਹ ਭਾਦੋਂ ਦੇ ਇਸ ਨੌਵੀਂ ਗੁੱਗਾ ਨੌਵੀਂ ਮਨਾਈ ਜਾਂਦੀ ਹੈ ਭਾਦੋਂ ਦੇ ਮਹੀਨੇ ਵਿੱਚ। ਔਰ ਪੁਆਧ ਦੇ ਵਿੱਚ ਇਹ ਜਿਹੜਾ ਹੈਗਾ ਆਪਣਾ ਚਾਨਣੀ ਨੌਮੀ ਔਰ ਹਨੇਰੀ ਨੌਮੀ ਕਈ ਜਗ੍ਹਾ ਭਰੀ ਜਹਾਂ ਹੈ। ਇਹ ਪ੍ਰਸਿੱਧ ਮੇਲੇ ਜਿਸ ਤਰ੍ਹਾਂ ਆਪਾਂ ਆਪਣਾ ਲਾ ਲਈਏ ਵੱਡੀ ਕਾਮੀ ਹੋ ਗਈ ਘਨੌਰ ਏਰੀਏ ਦੇ ਵਿੱਚ, ਹਾਂ, ਔਰ ਮੰਜੋਲੀ ਹੋ ਗਿਆ, ਮੰਜੋਲੀ ਹੋ ਗਿਆ, ਔਰ ਇਸ ਦੇ ਨਾਲ ਨੈਣਾ ਕੌਤ ਹੋ ਗਿਆ, ਨੈਣਾ ਕੌਤ ਦੇਵੀਗੜ੍ਹ ਕੇ ਪਾਸੇ, ਦੇਵੀਗੜ੍ਹ ਦੇ ਕੋਲ ਹੈਗਾ। ਇਹ ਸਾਰੇ ਇਲਾਕਿਆਂ ਦੇ ਵਿੱਚ ਮਤਲਬ ਗੁੱਗੇ ਦੀ ਹਸਨਪੁਰ ਕਬੂਲਪੁਰ ਵੀ ਇੱਕ ਬਹੁਤ ਬੜੀ ਮਾੜੀ ਉੱਥਾ। ਬਿਲਕੁਲ ਜੀ, ਬਿਲਕੁਲ। ਇਹਨਾਂ ਸਾਰੇ ਮਹਿਮਾ ਇੱਕ ਗਾਉਂ ਹੈ, ਮਹਿਮਾ ਜੀ। ਸੋ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਗੁੱਗੇ ਦੀ ਪੂਜਾ ਹੁੰਦੀ ਹੈ। ਤੋ ਇਹ ਬਹੁਤ ਵਧੀਆ, ਮਤਲਬ ਇਹ ਵੀ ਇੱਕ ਵਿਲੱਖਣ ਤਿਉਹਾਰ ਹੈ। ਇਸ ਤੋਂ ਇਲਾਵਾ ਜੰਡ ਮਗੌਲੀ ਪਿੰਡ ਹੈ ਘਨੌਰ ਇਲਾਕੇ ਦੇ ਵਿੱਚ ਸਾਡੇ ਇੱਥੇ, ਹਾਂ, ਨਥਾਣਾ ਸਾਹਿਬ, ਉੱਥੇ ਨਥਾਣਾ ਸਾਹਿਬ ਗੁਰਦੁਆਰਾ ਸਾਹਿਬ ਜੀ, ਉੱਥੇ ਆਪਣਾ ਮਾਘੀ ਦਾ ਮੇਲਾ ਭਰਦਾ। ਨੌਵੇਂ ਪਾਤਸ਼ਾਹ ਗਿਆ, ਨੌਵੇਂ ਪਾਤਸ਼ਾਹ ਜੀ ਫਿਰ ਗੁਰੂ ਤੇਗ ਬਹਾਦਰ ਜੀ ਉੱਥੇ ਆਏ ਸੀਗੇ, ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਤੇ ਉੱਥੇ ਮਾਘੀ ਦਾ ਮੇਲਾ, ਮਾਘੀ ਦਾ ਮੇਲਾ ਭਰਾ जी। बिल्कुल अमरीकी जी। अच्छा, जिस तरह हम बात कर रहे हैं पुआध के मेलिਆਂ के बारे में, पुआध के धार्मिक ਜਿਹੜੇ ਪੱਖ ਆ उसके बारे में जी, तो पुआध का एक ऐतिहासिक धार्मिक पक्ष है ਜਿਹੜਾ सिख धर्म का बहुत यहाँ से प्रचार होया, प्रसार होया। बिल्कुल जी। सिख धर्म के गैल पुआध सीधा जुड़िया होया जी, तो उसके ऊपर भी थोड़ा चानना पाओ। देखो, खालसा पंथ की साजना जिहड़ी हुई है श्री आनंदपुर साहब, ਇਹ ਜਿਹੜਾ ਏਰੀਆ ਇਹ ਵੀ ਪੁਆਧ ਦੇ ਏਰੀਏ ਦੇ ਵਿੱਚ ਗਿਣਿਆ ਜਾਂਦਾ। ਹਾਂ, ਇਸ ਤੋਂ ਬਾਅਦ ਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਜਿਹੜੀ ਹੈਗਾ ਬਹਾਦਰਗੜ੍ਹ ਸਾਹਿਬ, ਬਹਾਦਰਗੜ੍ਹ, ਹਾਂ, ਹਾਂਜੀ, ਔਰ ਪਟਿਆਲਾ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਹੈ, ਔਰ ਲਖਨੌਰ ਸਾਹਿਬ
ਜੋ ਹਰਿਆਣੇ ਅੰਬਾਲੇ ਜ਼ਿਲ੍ਹੇ 'ਚ ਪੈਂਦਾ ਹੈ, ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕੇ ਨੇ, ਮਾਤਾ ਗੁਜਰ ਕੌਰ ਦੇ ਪੇਕਾ ਪਿੰਡ ਹੈਗਾ। ਤੋ ਇਸ ਤੋਂ ਬਾਅਦ ਭਾਨੂਖੜੀ में ਗੁਰਦੁਆਰਾ ਹੈ ਗੈਂਸਰ ਸਾਹਿਬ। ਹਾਂਜੀ, ਭਾਨੂਖੜੀ ਹੈਗਾ। ਔਰ ਮਰਦੋਂ ਸਾਹਿਬ ਵੀ ਗੁਰੂ ਤੇਗ ਬਹਾਦਰ ਜੀ ਕੀ ਚੜ੍ਹ ਮਰਦੋ ਸਾਹਿਬ। ਹਾਂ। ਇਸ ਤੋਂ ਇਲਾਵਾ ਪੰਜੋਖੜਾ ਸਾਹਿਬ ਗੁਰਦੁਆਰਾ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਾ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਚਰਨ ਛੋਹ ਪ੍ਰਾਪਤ ਹੈ, ਜਿੱਥੇ ਗੁੰਗੇ ਪਤੇ ਗੀਤਾ ਕੇ ਗੁੰਗੇ ਕੋਲੋਂ ਹਾਂਜੀ ਪਾਠ ਕਰਾਇਆ ਸੀਗਾ ਗੁਰੂ ਸਾਹਿਬ ਨੇ, ਛਟੀ ਰੱਖ ਕੇ ਉਹ ਸਿਰ ਤੇ। ਔਰ ਇਸ ਤੋਂ ਇਲਾਵਾ ਰਣਾਏ ਦਾ ਮੇਲਾ ਲੱਗਦਾ, ਭਰਦਾ ਇੱਥੇ ਮੇਲਾ। ਭੇਵੇ ਦਾ ਮੇਲਾ ਬਹੁਤ ਮਸ਼ਹੂਰ ਹੈ। ਔਰ ਕੁਰੂਕਸ਼ੇਤਰ ਆਪਾਂ ਸਾਰੇ ਜਾਣਦੇ ਹਾਂ, ਪੂਰਾ ਸੰਸਾਰ ਜਾਣਦਾ ਹੈ। ਕੁਰੂਕਸ਼ੇਤਰ ਦੀ ਮਹਾਭਾਰਤ ਜੋ ਹੋਈ ਹੈ, ਉਹ ਮਹਾਭਾਰਤ की ਜਿਹੜੀ ਜੰਗ ਹੈ, ਮਹਾਭਾਰਤ का युद्ध कुरुक्षेत्र में ਹੋਇਆ। ਜੋ ਮਹਾਭਾਰਤ ਦਾ ਜਿਹੜਾ ਜੰਗ ਹੋਇਆ ਹੈ, ਉਹ ਕੁਰੂਕਸ਼ੇਤਰ ਦੀ ਧਰਤੀ ਤੇ ਹੋਇਆ। ਕੁਰੂਕਸ਼ੇਤਰ ਦੀ ਧਰਤੀ। ਜੀ ਜੀ ਬਿਲਕੁਲ। ਸੋ ਦੇਖਿਆ ਜਾਵੇ ਤਾਂ ਇਤਿਹਾਸਿਕ ਪੱਖੋਂ ਤੇ ਧਾਰਮਿਕ ਪੱਖੋਂ ਤਾਂ ਪੁਆਧ ਦਾ ਏਰੀਆ ਜਿਹੜਾ ਹੈਗਾ बहुत प्रसिद्ध है। जिस तरह पंजाब यूनिवर्सिटी है चंडीगढ़ पुआध के ऊपर बसा हुआ, कितने गांव ਨੂੰ उजाड़ कर चंडीगढ़ बनाया गया। पंजाबी यूनिवर्सिटी पुआध की धरती के ऊपर है, पटियाला, जी पंजाबी के प्रचार प्रसार वास्ते बहुत ज़्यादा काम कर रही है। तो पंजाबी यूनिवर्सिटी भी इसके पुआध की धरती जे ਆਪਾਂ ਮੰਨੀਏ ਤਾਂ 3 ਮੇਨ ਯੂਨੀਵਰਸਿਟੀਆਂ ਨੇ ਜਿਹੜੀਆਂ ਪੁਆਧ ਖੇਤਰ ਦੇ ਵਿੱਚ ਵਸੀਆਂ ਹੋਈਆਂ। ਪਹਿਲੀ ਆਪਾਂ ਲਾ ਲਈਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੀ। तो ये जड़ा चंडीगढ़ जोत सीनियर सेकेंडरी पब्लिक स्कूल खुरचनपुर नज़दीक नन्योला, कक्षा नर्सरी से 12वीं तक CBSE एफिलेटेड स्कूल, मान्यता प्राप्त विद्यालय। विद्यार्थियों को सभी प्रकार की सुविधाएं उपलब्ध, लाने ले जाने के लिए बस की सुविधा, विद्यार्थियों के पीने के लिए साफ पानी, फिल्टर्ड वाटर की सुविधा, AC रूम की सुविधा, बच्चों के खेलने के लिए खुला और साफ प्लेग्राउंड, सीनियर विद्यार्थियों के लिए कंप्यूटर लैब, लाइब्रेरी और एक्टिविटी रूम की सुविधा। समय समय पर विद्यार्थियों के बुद्धि परीक्षण हेतु क्विज और कल्चरल एक्टिविटी की सुविधाएं। वेल एजुकेटेड स्टाफ, स्पोर्ट्स पर भी नंबर 1 विद्यालय, गोल्ड मेडल प्राप्त कर चुके विद्यार्थी। पढ़ाई के साथ साथ आध्यात्मिक ज्ञान को भी सिखाया जाता है। पिछले 4-5 वर्षों से 100% बोर्ड रिजल्ट। क्लास +2 के विद्यार्थियों के लिए CBSE की तरफ से 5 स्ट्रीम्स में मान्यता प्राप्त, आर्ट्स, मेडिकल, नॉन मेडिकल, कंप्यूटर साइंस। विद्यार्थी अपनी इच्छा के अनुसार अपनी स्ट्रीम्स को चुन सकते हैं। स्कूल में एक बार विजिट अवश्य करें। धन्यवाद। एरिया हैगा पुआध ਦੇ ਕਈ ਪਿੰਡ ਉਜਾੜ ਕੇ ਬਣਾਇਆ ਗਿਆ ਸੀਗਾ, ਕਿਉਂਕਿ ਇਹ ਜਿਹੜੇ ਹੁਣ ਸੈਕਟਰ ਨੇ ਇਹਨਾਂ ਦੀ ਜਗ੍ਹਾ ਤੇ ਪਹਿਲਾਂ ਪਿੰਡ ਹੋਇਆ ਕਰਦੇ ਸੀਗੇ ਪੁਆਧ ਦੇ, ਉਹਨਾਂ ਨੂੰ ਉਜਾੜ ਕੇ ਤਾਂ ਫਿਰ ਇਸ ਜਗ੍ਹਾ ਤੇ ਚੰਡੀਗੜ੍ਹ ਸ਼ਹਿਰ ਵਸਿਆ। ਦੂਸਰੀ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਹ ਵੀ ਪੁਆਧ ਏਰੀਆ ਦੇ ਵਿੱਚ ਪੈਂਦੀ ਹੈ। ਔਰ ਤੀਸਰੀ ਸਾਡੀ ਕੁਰੂਕਸ਼ੇਤਰ ਯੂਨੀਵਰਸਿਟੀ, ਹਾਂਜੀ, ਇਹ ਵੀ ਸਾਡੀ ਪੁਆਧ ਏਰੀਆ ਦੇ ਵਿੱਚ ਪੈਂਦੀ ਹੈ। ਤਾਂ ਮੰਨਿਆ ਜਾਵੇ ਕਿ ਜਿਹੜੇ ਵਿਦਿਅਕ ਅਦਾਰੇ ਨੇ ਸਾਡੇ, ਉਹ ਮੇਨ ਜਿਹੜੇ ਨੇ ਹੱਬ ਨੇ, ਉਹ ਪੁਆਧ ਏਰੀਆ ਦੇ ਵਿੱਚ ਪੈਂਦੇ। ਬੜੀ ਜਿਹੜੀ ਯੂਨੀਵਰਸਿਟੀਆਂ ਹਰਿਆਣੇ के पुआध की धरती ਦੇ ही ਪੈਂਦੀਆਂ ਨੇ। बिल्कुल। अच्छा अमरीक जी, जिस तरह आप बात करें, जिस तरह में पुआध थमें पुआधी बोलते नहीं है, बाहर बोली थारी माझी है जी, पर पुआधी एरिए में थमें जंपल है, पुआधी एरिए के जंपल है, पुआध के जंपल है, तो दिक्कत नहीं आती है जिस तरह कई बार पुआधी बोलने वाले आ या बोलने में समझने। ਜਦੋਂ ਬਚਪਨ 'ਚ ਮਤਲਬ ਛੋਟੇ ਹੁੰਦੇ ਸੀਗੇ ਨਾ, हाँ उस समय कुछ दिक्कतां आईयां सीगियां, क्योंकि असी पिंड उस टाइम लगा था भी यार ये केड़ी बोली बोल रहे हैं जी। बिल्कुल बिल्कुल, क्योंकि मेरी जिहड़ी मुढ़ली विद्या है पिंड दी, वो पिंड 'ਚ मतलब प्राइमरी तक मैं अपने पिंड 'ਚ ही पढ़िया। ਤਾਂ ਉੱਥੇ ਜਿਹੜਾ ਮਾਹੌਲ ਸੀ ਪੰਜਾਬੀ ਵਾਲਾ ਹੀ ਸੀਗਾ, ਮਤਲਬ ਸਾਰੇ ਉੱਥੇ ਪੰਜਾਬੀ ਹੀ ਬੋਲਦੇ ਸੀਗੇ, ਮਾਝੀ ਨੂੰ ਆਪਾਂ ਕਹਿ ਦਿੰਦੇ ਹਾਂ। ਜਦੋਂ ਮੈਂ ਉਸ ਤੋਂ ਬਾਅਦ 6th ਕਲਾਸ ਦੇ ਵਿੱਚ ਸਰਾਲਾ ਕਲਾਂ ਦੇ ਵਿੱਚ ਆਇਆ ਮਿਡਲ ਸਕੂਲ 'ਚ, ਤਾਂ ਉਸ ਸਮੇਂ ਮੈਨੂੰ ਥੋੜੀ ਜਿਹੀ ਭਾਸ਼ਾ ਦੀ ਪ੍ਰੋਬਲਮ ਆਈ ਸੀ। ਅੱਛਾ। ਮੈਨੂੰ ਐਂ ਲੱਗਿਆ ਕਿ ਇਹ ਕਿਹੜੀ ਭਾਸ਼ਾ ਆ, ਵੀ ਇਹ ਕਿੱਥੋਂ ਦੇ, ਮਤਲਬ ਕਿੱਥੋਂ ਦੇ ਲੋਕ ਆ ਗਏ ਨੇ, ਮੈਂ ਕਿਹਨਾਂ ਨਾਲ ਗੱਲ ਕਰ ਰਿਹਾ। ਤੇ ਹੌਲੀ ਹੌਲੀ ਜਦੋਂ ਮੈਂ, ਕਿਉਂਕਿ ਜਦੋਂ ਵੱਡਾ ਇਨਸਾਨ ਥੋੜਾ ਵੱਡਾ ਹੁੰਦਾ ਜਾਂਦਾ, ਉਹਨੂੰ ਸਮਝ ਆਉਂਦੀ ਜਾਂਦੀ ਹੈ, ਦੋਸਤ ਬਣ ਗਏ, ਮੈਂ ਉਹਨਾਂ ਦੇ ਵਿੱਚ ਵਿਚਰਿਆ, ਉਹਨਾਂ ਦੇ ਵਿਆਹਾਂ ਸ਼ਾਦੀਆਂ 'ਚ ਗਿਆ, ਉਹ ਮੇਰੇ ਘਰੇ ਆਏ, ਮੈਂ ਉਹਨਾਂ ਦੇ ਘਰੇ ਜਾਂਦਾ ਰਿਹਾ। ਤਾਂ ਮੈਨੂੰ ਇਸ ਸੱਭਿਆਚਾਰ ਦੇ ਵਿੱਚ ਇੱਕ ਮਤਲਬ ਆਪਣਾ ਹੀ ਲੱਗਿਆ, ਆਪਣਾਤ ਮਹਿਸੂਸ ਹੋਈ ਕਿ ਇਹ ਕੋਈ ਅਲੱਗ ਚੀਜ਼ ਨਹੀਂ है, ये साड़ी ही है, साड़ी। बिल्कुल जी। अच्छा, बोली के जिस तरह आप बोली की बात कर रहे हैं जी जी, तो बहुत सारे लोगों ਨੂੰ ਪੁਆਧੀ ਬੋਲੀ ਤੇ हुआ भी यार ਪੁਆਧੀ ਬੋਲੀ कोई बोली है, बहुत सारे भईयां की बोली कहते हैं या बांगरू बोली कहते हैं, बिल्कुल है ना। पर पुआधी बोली का ਜਿਹੜਾ ਪ੍ਰਚਾਰ ਹੈ ਪ੍ਰਸਾਰ ਹੈ ਬਹੁਤ ਹੋ ਰਿਹਾ, ਲੋਕ ਇਸ ਨੂੰ ਸਮਝਣ ਲੱਗੇ ਜੀ। ਪੁਆਧੀ ਬੋਲੀ ਨੂੰ, ਪੁਆਧੀ ਜਿਹੜੇ ਖਿੱਤੇ ਨੂੰ ਮਾਨਤਾ ਦੇਣ ਲੱਗੇ, ਪੁਆਧ ਇਸ ਨੂੰ ਮਾਰਕ ਕਰਨ ਲੱਗੇ ਹੈ जी जी। तो कितनी की संभावनावां भी पुआधी अग्गा जारी है या इसकी होर कितनी की संभावनावां भी बहुत पुआधी
ਵਿਕਾਸ ਕਰਾਂਗੀ। ਔਰ ਇੱਕ ਆਪਣੀ ਅਲੱਗ ਜਿਹੜੀ ਪਛਾਣ ਆ ਜੀ। ਉਹ ਪੰਜਾਬ ਪਟਲ ਪਰ ਨਹੀਂ, ਬਸ ਵਿਸ਼ਵ ਪਟਲ ਪਰ ਵੀ ਮਨੂੰ ਦੇਖਣੇ ਨੂੰ ਮਿਲਾਗੀ। ਦੇਖੋ ਜੀ, ਸਭ ਤੋਂ ਪਹਿਲਾਂ ਆਪਾਂ ਕਹਿੰਦੇ ਆ ਨਾ ਗਲੋਬਲਾਈਜੇਸ਼ਨ ਹੋ ਰਹੀ ਹੈ, ਕਿਉਂਕਿ ਪੁਆਧੀ ਮੈਂ ਉਸ ਧਰਮਾਂ ਬਾਤ ਕਰ ਰਿਹਾ ਅਮਰੀਕ ਜੀ, ਵਿੱਚ ਨੂੰ ਟੋਕਣਾ ਚਾਹੂँगा ਜੀ भी बहुत सारे ਜਿਹੜੇ गीतकार हैं बिल्कुल गीत रच रहे हैं, हाँ जी, और कवितावां भी रची जा रही हैं बिल्कुल। पुआधी बोली में। और इनके अलावा ਜਿਹੜੇ गायक हैं वो भी बहुत सारे गा भी रहे हैं पुआधी में, जिस तरह मोनी तौर जी हो गए, एक सिमरन धांधली कुड़ी थी, उसका पीछा गीत आया था, ठीक है जी। और भी बहुत सारे बंदे इस तरह कर रहे हैं, बिल्कुल पुआधी वास्ते ਜਿਹੜੇ ਵਧੀਆ ਕੰਮ कर रहे हैं। तो उन्हें किस दर मैं पूछना चाहूँगा भी पुआधी बोली की थानू कितनी क लगा संभावनावां, कैसी संभावनावां थानू दिखा? ਦੇਖੋ ਜੀ, ਸਭ ਤੋਂ ਪਹਿਲਾਂ ਆਪਾਂ ਜਿਵੇਂ ਸਿਆਣੇ ਕਹਿੰਦੇ ਨੇ ਨਾ, ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗ ਰੁੱਲ ਜਾਓਗੇ। ਸੋ ਇਹ ਆਪਾਂ ਨੂੰ ਹੀ ਆਪਣੀ ਜੜ੍ਹਾਂ ਜਿਹੜੀਆਂ ਮਜ਼ਬੂਤ ਰੱਖਣ ਵਾਸਤੇ ਆਪਾਂ ਨੂੰ ਹੀ ਕੋਸ਼ਿਸ਼ ਕਰਨੀ ਚਾਹੀਦੀ। ਆਪਾਂ ਨੂੰ ਕਦੇ ਇਹ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ, ਕਿਉਂਕਿ ਜੋ ਆਪਣੇ ਮਾਂ-ਬਾਪ ਬੋਲਦੇ ਨੇ, ਜੋ ਭਾਸ਼ਾ ਆਪਣੀ ਮਾਂ ਬੋਲੀ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ, ਘਰਾਂ ਦੇ ਵਿੱਚ ਬੋਲੀ ਜਾਂਦੀ ਹੈ, ਸਾਨੂੰ ਉਸ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰਨ ਦੇ ਵਿੱਚ ਕੋਈ ਝਿਜਕ ਨਹੀਂ ਕਰਨੀ ਚਾਹੀਦੀ। ਇਹ ਗੱਲ ਠੀਕ ਹੈ ਕਿ ਸਾਰੀਆਂ ਭਾਸ਼ਾਵਾਂ ਨੂੰ ਸਾਨੂੰ ਸਿੱਖਣੀਆਂ ਚਾਹੀਦੀਆਂ, ਪਰ ਆਪਣੀ ਭਾਸ਼ਾ ਜਿਹੜੀ ਹੈ ਉਸ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ। ਮਾਂ ਭਾਸ਼ਾ ਜਿਹੜੀ ਹੈ, ਮਾਂ ਬੋਲੀ ਜੋ ਹੈ, ਉਸ ਜਿਹੜੀ ਇੱਕ ਵਿਅਕਤੀ ਦੀ ਸਭ ਤੋਂ ਪਹਿਲੀ ਭਾਸ਼ਾ ਹੈ। ਔਰ ਉਸ ਨੂੰ ਜੋ ਕੁਝ ਆਪਾਂ ਕਹਿ ਦਿੰਦੇ ਨਾ, ਜੋ ਇਨਸਾਨ ਨੂੰ ਮਾਂ ਬੋਲੀ ਦੇ ਵਿੱਚ ਜਿਹੜੀ ਚੀਜ਼ ਸਮਝ ਆ ਜਾਂਦੀ ਹੈ, ਉਹ ਕਿਸੇ ਹੋਰ ਭਾਸ਼ਾ ਵਿੱਚ ਸਮਝ ਨਹੀਂ ਸਕਦਾ। ਇਸ ਦੇ ਸੰਦਰਭ ਵਿੱਚ ਆਪਾਂ ਕਹਿ ਦਈਏ ਕਿ ਪੁਆਧੀ ਭਾਸ਼ਾ ਜਿਹੜੀ ਹੈਗੀ ਆ, ਉਸ ਦਾ ਵਿਕਾਸ ਹੋ ਰਿਹਾ ਹੈ ਮੇਰੇ ਹਿਸਾਬ ਨਾਲ, ਕਿਉਂਕਿ ਕਾਫੀ ਹੁਣ ਜਿਹੜੇ ਪਹਿਲਾਂ ਇੰਨੇ ਮਤਲਬ ਇਸ ਦੇ ਬਾਰੇ ਰਾਈਟਰ ਜਾਂ ਲੇਖਕ ਨਹੀਂ ਸੀ ਹੁੰਦੇ, ਹੁਣ ਪੁਆਧ ਦੇ ਉੱਤੇ ਕਾਫੀ ਕੰਮ ਹੋ ਰਿਹਾ ਹੈ। ਮਨਮੋਹਨ ਸਿੰਘ ਦਾਊ ਹੈ ਜੀ, ਚਰਨ ਪੁਆਧੀ ਜੀ ਜੀ। ਸੋ ਡਾਕਟਰ ਚਰਨਜੀਤ ਕੌਰ ਨੇ, ਸਤੀਸ਼ ਵਿਦਰੋਹੀ ਹੈ, ਡਾਕਟਰ ਬਲਵਾਨ ਹੈ ਜੀ, ਡਾਕਟਰ ਬਲਵਾਨ ਜੀ ਹੋ ਗਏ, ਆਪਣੇ ਮਿੱਤਰ ਹੀ ਨੇ ਜੀ, ਐਸਏ ਜੈਨ ਕਾਲਜ ਚ ਪ੍ਰੋਫੈਸਰ ਜੀ। ਸੋ ਐਸੇ ਕਈ ਮਤਲਬ ਆਪਣੇ ਕਵੀ ਨੇ, ਤੁਸੀਂ ਹੋ ਗਏ, ਖੁਦ ਹੋ ਗਏ ਲਖਵੀਰ ਜੀ। ਚਲੋ ਇਹ ਤਾਂ ਬਹੁਤ ਸਾਰੇ ਐਸੇ ਲੇਖਕ ਨੇ ਜਾਂ ਕਲਾਕਾਰ ਨੇ ਜਿਹੜੇ ਉਹ ਆਪਣੀ ਪੁਆਧੀ ਭਾਸ਼ਾ ਦੇ ਰਾਹੀਂ ਇਸ ਬੋਲੀ ਦੀ ਸੇਵਾ ਮਨਜੀਤ ਰਾਜਪੁਰਾ ਹੋ ਗਿਆ ਜੀ, ਮਨਜੀਤ ਰਾਜਪੁਰਾ ਜੀ ਨੇ। ਸੋ ਪੁਆਧੀ ਭਾਸ਼ਾ ਰਾਹੀਂ ਮਤਲਬ ਪੰਜਾਬੀ ਪੁਆਧੀ ਦੀ ਇਹ ਸੇਵਾ ਕਰ ਰਹੇ ਜੀ। ਤਿਉਹਾਰ ਅਸੀਂ ਸਾਡਾ ਝੱਕਰੀਆਂ ਦਾ, ਉਹ ਝੱਕਰੀਆਂ ਦਾ ਤਿਉਹਾਰ ਖਾਸ ਤੌਰ 'ਤੇ ਮੁੰਡਿਆਂ ਦੀ ਮਤਲਬ ਲੰਮੀ ਉਮਰ ਵਾਸਤੇ, ਉਹਨਾਂ ਦੀ ਚੰਗੀ ਸਿਹਤ ਵਾਸਤੇ ਦੀ ਕਾਮਨਾ ਵਾਸਤੇ, ਜਾਂ ਇਸ ਨੂੰ ਅਹੋਈ ਮਾਤਾ ਦੀ ਪੂਜਾ ਵੀ ਕਹਿ ਦਿੰਦੇ ਹਾਂ। ਸੋ ਉਹ ਬੱਚੇ ਦੀ ਮਾਤਾ ਜਿਹੜੀ ਹੁੰਦੀ ਹੈ, ਜਿਨ੍ਹਾਂ ਘਰ ਬੱਚੇ ਹੁੰਦੇ ਆ, ਜਾਂ ਮਤਲਬ ਉਹ ਮਾਂ ਆਪਣੇ ਬੱਚਿਆਂ ਦੀ ਛੋਕਰੇਗੀ ਜ਼ਿਆਦਾਤਰ ਮੁੰਡਿਆਂ ਦੀ ਵੈਸੇ ਤਾਂ ਉਹ ਮੁੰਡੇ ਦੀ ਲੰਮੀ ਉਮਰ ਦੀ ਕਾਮਨਾ ਵਾਸਤੇ ਉਹਨਾਂ ਦੇ ਮਨਪਸੰਦ ਪਕਵਾਨ ਬਣਾਏ ਜਾਂਦੇ ਨੇ। ਸੋ ਇੱਕ ਝੱਕਰਾ ਹੁੰਦਾ ਹੈ, ਮਾਤਾ ਉਸ ਦਿਨ ਨਿਰਜਲਾ ਵਰਤ ਰੱਖਦੀ ਹੈ। ਉਹ ਝੱਕਰੇ ਦੇ ਵਿੱਚ ਬੱਚੇ ਦੀ ਮਨਪਸੰਦ ਦੇ ਪਕਵਾਨ ਬਣਾ ਕੇ ਪਾਏ ਜਾਂਦੇ ਨੇ, ਫਲ ਫਰੂਟ ਵਗੈਰਾ ਪਾਏ ਜਾਂਦੇ ਨੇ। ਔਰ ਮਾਤਾ ਜਿਹੜੀ ਹੈ ਬੱਚੇ ਦੀ, ਉਹ ਸ਼ਾਮ ਨੂੰ 4-5 ਵਜੇ ਸ਼ਾਮ ਨੂੰ ਆਪਾਂ ਲਾ ਲਓ, ਉਸ ਦੀ ਪੂਜਾ ਕਰਕੇ ਜਾਂ ਮਨਸ ਦੇ ਕੇ, ਉਸਨੂੰ ਕਹਿ ਦਿੰਦੇ ਆ ਮਨਸ ਕੇ, ਤਾਂ ਉਹਦੇ ਵਿੱਚ ਜੋ ਸੂਟ ਰੱਖਿਆ ਹੁੰਦਾ ਆਪਣੀ ਸੱਸ ਨੂੰ ਜਾਂ ਕੋਈ ਵੱਡੀ ਜਠਾਣੀ ਹੁੰਦੀ ਹੈ, ਉਸ ਨੂੰ ਦੇ ਕੇ, ਤਾਂ ਉਸ ਤੋਂ ਬਾਅਦ ਉਹ ਵਰਤ ਖੋਲ੍ਹਿਆ ਜਾਂਦਾ ਜੀ। ਇਸ ਨੂੰ ਅਹੋਈ ਦਾ ਵਰਤ ਜਾਂ ਝੱਕਰੀਆਂ ਦਾ ਵਰਤ ਵੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਸ਼ੀਤਲਾ ਮਾਤਾ ਦਾ ਜਿਹੜਾ ਮੰਨਿਆ ਜਾਂਦਾ ਹੈ, ਉਹ ਬੱਚਿਆਂ ਨੂੰ ਫੋੜੇ ਫਿੰਸੀਆਂ ਜਿਹਨੂੰ ਆਪਾਂ ਚੇਚਕ ਕਹਿ ਦਿੰਦੇ ਹਾਂ, ਚੇਚਕ ਦੀ ਬਿਮਾਰੀ ਆਪਾਂ ਕਹਿ ਦਿੰਦੇ ਹਾਂ ਵੀ ਛੋਟੀ ਮਾਤਾ ਹੋ ਗਈ ਜਾਂ ਵੱਡੀ ਮਾਤਾ ਹੋ ਗਈ, ਤਾਂ ਉਸ ਪ੍ਰਕੋਪ ਤੋਂ ਬਚਣ ਲਈ ਸ਼ੀਤਲਾ ਮਾਤਾ ਦੀ ਪੂਜਾ ਵੀ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਸੀਲ ਦਾ ਮੇਲਾ ਹੋ ਗਿਆ, ਸੀਲ ਮੇਲਾ ਪਕਾ ਕੇ ਉੱਥਾ ਸੀ, ਮਤਲਬ ਗੁਲਗੁਲੇ ਕਚੌਰੀਆਂ ਵਗੈਰਾ ਉੱਥੇ ਭੇਲੀ ਵੀ ਚੜਾਈ ਜਾਂਦੀ ਹੈ। अच्छा, थारे गुआंढ में एक गाँव है कपूरी जी, वहाँ भी मतलब बच्चों की तागड़ियाँ जिन्हों कह दिया जाए, तागड़ियाँ चढ़ावा, उत्था भी इतनी गुलगुले कचौरियाँ, बिल्कुल, और उसके गल मत्था टेका थारे गुआंढ में ही है पिंड है। कपूरी का मेला भी वो शीतला माता का मेला ही है, और बड़ा पुराना बहुत पुराना मेला भरदा है उत्थे। और बाबा फरीद का मेला भी नाल इकट्ठा ही भरया जाता है। और उसके बारे में पहला बुढ़े कहे करांदे, बच्चे कहे करांदे अपने माँ बापा नूं भी जदों टालां दे ना मेले दे भी टालदे ते भी मेले जवाक क्या करांगे, मेले में जवाकां नूं लेदे, फिर वो कहते मैं नहीं खांदा, वो माता कहती कि तैनूं चूरी बना के देंगी मेले पर ना जा, फिर वो कहते मैं नहीं खांदा चूरी, कपूरी मेले जाऊँगा। बिल्कुल। तो इस तरह के जिहड़े हैं या पुआधी सभ्याचार के विच मारे। बिल्कुल जी, बिल्कुल। सो ये सारा अपना जिस तरह आप देखा जाए, कपूरी एक पासे बाबा फरीद का मेला लगता है और दूसरे पासे शीतला माता का मेला लगता है। तो ये एक तरह का बाबा फरीद और शीतला माता एक तरह देखा जाए तो बाबा फरीद जिहड़ा सीगा वो इस्लाम धर्म नाल संबंध रखदा, इस्लाम धर्म गुरु ग्रंथ साहिब च भी इन्हां दे
मतलब श्लोक दर्ज पहले ने। सूफी जी थे जी भाई। पहले सूफी कवि होए ने। और देखिਆ ਜਾਵੇ ਤਾਂ ਇਹ ਪੁਆਧ ਦੀ ਹੀ ਵਿਲੱਖਣਤਾ ਹੈ। ਦੇਖੋ ਇੱਕੋ ਦਿਨ ਹੀ ਦੋ ਸਥਾਨਾਂ ਤੇ ਇੱਕੋ ਦਿਨ ਹੀ ਮੇਲੇ ਲੱਗਣੇ। ਇੱਕੋ ਸੋ ਦਿਨ ਮੇਲੇ ਇਹ ਲੱਗਣੇ। ਇੱਕ ਧਾਰਮਿਕ ਧਰਮ ਨਿਰਪੱਖਤਾ ਜਿਹੜੀ ਹੈ ਪੁਆਧ ਦੇ ਵਿੱਚ ਉਹ ਦੇਖਣ ਨੂੰ ਮਿਲਦੀ ਹੈ। एक पासा देवी ਨੂੰ पूज रहे हैं, दूसरे पासा हम एक ਬਿਲਕੁਲ। सूफी फकीर ਨੂੰ ਵੀ ਸੂਫੀ है। ਫਕੀਰ ਨੂੰ ਉਹ ਜਿਹੜੀ ਹੈ ਮੇਲਿਆਂ ਦੀ ਇੱਕ ਧਾਰਮਿਕ ਵਿਲੱਖਣਤਾ ਦੇਖਣ ਨੂੰ ਮਿਲਦੀ ਹੈ ਹਾਂ। ਕਿ ਅਸੀਂ ਮਤਲਬ ਇਹ ਨਹੀਂ ਹੈਗੀ ਕੱਟੜਤਾ ਤੇ ਧਾਰਨੀ ਨਹੀਂ ਹੈਗੇ। ਪੁਆਧ ਦੇ ਲੋਕ ਜਿਹੜੇ ਨੇ ਹਾਂ। ਉਹ ਸਾਰੇ ਧਰਮਾਂ ਨੂੰ ਚਾਹੇ ਉਹ ਹਿੰਦੂ ਧਰਮ ਹੋਣ, ਚਾਹੇ ਸਿੱਖਾਂ ਦੇ ਧਰਮ ਹੋਣ, ਜਾਂ ਪੀਰਾਂ ਦੇ ਫਕੀਰਾਂ ਦੇ ਉੱਪਰ ਮੇਲੇ ਹੋਣ, ਉਹ ਸਾਰਿਆਂ ਨੂੰ ਮਤਲਬ ਕਿ ਰਲ ਮਿਲ ਕੇ ਹੀ ਇਕੱਠੇ ਹੋ ਕੇ ਮਨਾਉਂਦੇ ਨੇ ਜੀ। ਇਕੱਠੇ ਹੋ ਕੇ ਮਨਾਉਂਦੇ। ਸੋ ਇਹ ਤੇ ਅਮਰੀਕ ਸਿੰਘ ਵਿਰਕ ਜਿਹੜੇ ਪੰਜਾਬੀ के लेक्चरार हैं हरियाणा शिक्षा विभाग में। ਆਪਾਂ ने इनके पास ते पुआधी बोली, पुआध का सभ्याचार, रस्मां रीतां, मनौतां, लोक विश्वासां के बारे में, जम्मने मरने यार ब्याह के संस्कारां के बारे में, मेलियां के बारे में जिहड़े पुआध में लगा, और पुआध के धार्मिक और इतिहासक जिहड़ा पक्ष है उसके बारे में अपन ने जानकारी लई, बात करी। अमरीक विरक की एक ख़ास बात यो है भी अमरीक विरक की जिहड़ी भाषा है वो माझी है, पर अमरीक विरक पुआध का जंपल है, पुआध में विद्या हासिल करी, पुआध में रह रहा, पर उसका जिहड़ा लगाव है, उसका जिहड़ी खिच है वो पुआधी बोली और पुआध कनी बहुत है। इसी करके उसने एमफिल का जिहड़ा डेजर्टेशन है या खोज कार्य है वो पुआध के ऊपर ही केंद्रित कराया, पुआध की बोली, पुआध के सभ्याचार के ऊपर उसने और खोज कार्य अपना करया। सो आस है बहुत कुछ जिहड़े हमारे गैर पुआधी लोग हैं, माझी, दुआबी या मलवई हैं, उन्होंने बहुत कुछ जानकारी हासिल इस प्रोग्राम ते हुई होगी, हम ऐसी आस करा। और हमारा मुख जिहड़ा मंतव है, मुख उद्देश है, जिहड़ा हमारा असली टीचा रखा होया और यो है भी जिहड़ा पुआध है वो अभी तक एक अणगौलिया खिता ही रहा। जिहड़ी पुआधी बोली है और लोगों तक पहुँच नहीं सकी बहुत सारे कारणों करके, पर अज सोशल मीडिया का टाइम है, हम इस बोली नूं लोगों तक पहुँचा भी सकां। इस बोली के जिहड़ा उच्चारण है वो बहुत मिठा, लोग बहुत बठिंडे कनी के, मानसे कनी के या दुआबे या माझे के जिहड़े लोग हैं और इसनूं पसंद करा सुनना अच्छी लगा लोगों नूं। बहुत रस भिन्नी बोली है और पुआध का जिहड़ा खिता उसकी एक अपनी विलक्षणता, अपनी एक अलग पहचान, लोग अज उसते जाणू हो रहे हैं, लोग बहुत अच्छी तरह उसनूं समझने की कोशिश कर रहे हैं कि पुआध है क्या। पहलां तो पुआध नूं मन्निया ही नहीं जाता भी वो पंजाब का हिस्सा, पंजाबी की उपभाषा पुआधी है, मन्निया ही नहीं जाता, पर अज लोग उसनूं स्वीकार कर रहे हैं उस बात नूं और पसंद कर रहे हैं। सो आस करा प्रोग्राम थानूं अच्छा लगेगा। अगले प्रोग्राम में एक होर शख्सियत के गैल थारी मुलाकात करवावांगे। तद तक लई हसदे रहो, वसदे रहो, तंदुरुस्त रहो। सत श्री अकाल।